ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਬਿਰਥਾ ਕਹਉ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸਹੁ ਦਿਸ਼ ਧਾਵਤ, ਆਸਾ ਲਾਗਿਓ ਧਨ ਕੀ। ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰ ਦੁਆਰ ਸੁਆਨ ਜਿਉ ਡੋਲਤ, ਨਹਿ ਸ਼ੁੱਧ ਰਾਮ ਭਜਨ ਕੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਨਾਨਕ ਇਹ ਵਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਨਾਨਕ ਇਹ ਵਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਹਿਬ ਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ, ਜੋ ਪਿਛਲੇ ਕੁਝ ਸਮੇਂ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਦੇ ਅਨੁਸਾਰ ਜੋ ਅੱਜ 45ਵਾਂ ਸ਼ਲੋਕ ਨੰਬਰ 45, ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਨਾਨਕ ਇਹ ਵਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਿ ਉਸ ਪ੍ਰਮਾਤਮਾ ਦਾ ਸਿਮਰਨ, ਉਹਦੀ ਬੰਦਗੀ ਇਸ ਤਰੀਕੇ ਦੇ ਨਾਲ ਕਰ, ਜਿਸ ਤਰ੍ਹਾਂ ਇੱਕ ਕੁੱਤਾ ਸਵਾਨ ਆਪਣੇ ਮਾਲਕ ਦਾ ਬੜਾ ਵਫਾਦਾਰ ਹੁੰਦਾ ਹੈ। ਇੱਕ ਮਨ ਇੱਕ ਚਿੱਤ ਹੋ ਕੇ ਉਹਦੀ ਯਾਦ ਵਿੱਚ ਜੁੜ ਜਾ। ਸਾਹਿਬ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਅਸਾਂ ਜੀਵਾਂ ਨੂੰ ਕੀ ਸੋਝੀ ਬਖਸ਼ਿਸ਼ ਪਏ ਕਰਦੇ ਨੇ, ਇਹ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਾਂਗੇ ਤੇ ਪਾਠ ਕਰਦਿਆਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹਾਂਗੇ
ਉਸ ਬਾਣੀ ਦੇ ਵਿੱਚੋਂ ਤੁਹਾਨੂੰ ਇੱਕ ਗੱਲ ਸਮਝ ਦੇ ਵਿੱਚ ਪਏਗੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 2 ਕੁੱਤਿਆਂ ਦਾ ਜ਼ਿਕਰ ਕੀਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ 2 ਤਰ੍ਹਾਂ ਦੇ ਕੁੱਤਿਆਂ ਦਾ ਜ਼ਿਕਰ ਕਰਦੇ ਪਏ ਨੇ ਆਪਣੀ ਬਾਣੀ ਦੇ ਵਿੱਚ। ਆਸਾ ਕੀ ਵਾਰ ਦਾ ਮਾਫ ਕਰਨਾ ਆਸਾ ਰਾਗ ਦਾ ਸ਼ਬਦ ਹੁਣੇ ਆਪ ਸਰਬੱਤ ਸੰਗਤ ਨੇ ਸਰਵਣ ਕੀਤਾ। ਬਿਰਥਾ ਕਹੋਂ ਕੌਣ ਸਿਉ ਮਨ ਕੀ, ਲੋਭ ਗਰਸਿਓ ਦਸ ਹੂੰ ਦਿਸ਼ ਧਾਵਤ, ਆਸਾ ਲਾਗਿਓ ਧਨ ਕੀ, ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਦੁਆਰ ਹੈ ਦੁਆਰ ਸੁਆਨ, ਸੁਆਨ ਦਾ ਮਤਲਬ ਸਾਧ ਸੰਗਤ ਕੁੱਤਾ ਹੈ। ਇਹ ਆਸਾ ਰਾਗ ਦਾ ਸ਼ਬਦ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੈ। ਤੇ ਇਹ ਸ਼ਲੋਕ ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ, ਇਹ ਸੁਆਨ ਇਹਦਾ ਮਤਲਬ ਵੀ ਕੁੱਤਾ ਹੈ। ਇਸ ਸ਼ਲੋਕ ਦੇ ਵਿੱਚ ਵੀ ਸਤਿਗੁਰੂ ਜੀ ਇਹ ਵਰਡ ਸੁਆਨ ਯੂਜ਼ ਕਰਦੇ ਪਏ ਨੇ ਤੇ ਆਸਾ ਰਾਗ ਦੇ ਉਸ ਸ਼ਬਦ ਦੇ ਵਿੱਚ ਵੀ ਸੁਆਨ ਲਫ਼ਜ਼ ਯੂਜ਼ ਕਰਦੇ ਪਏ ਨੇ। ਪਰ ਇਹਨਾਂ ਦੋਨਾਂ ਦੇ ਵਿੱਚ ਫਰਕ ਹੈ, ਡਿਫਰੈਂਸ ਹੈ। ਇਹ ਜਿਹੜਾ ਸ਼ਲੋਕ ਵਾਲਾ ਸੁਆਨ ਹੈ ਇਹ ਕੋਈ ਹੋਰ ਮੀਨਿੰਗ ਰੱਖਦਾ ਹੈ ਤੇ ਜਿਹੜਾ ਸ਼ਬਦ ਵਾਲਾ ਸੁਆਨ ਹੈ ਉਹ ਕੋਈ ਹੋਰ ਮੀਨਿੰਗ ਰੱਖਦਾ ਹੈ। ਮੀਨਿੰਗ ਤੋਂ ਭਾਵ ਮੇਰਾ ਇਹ ਹੈ ਕਿ ਜੇ ਵਰਡ ਮੀਨਿੰਗ ਕਰਾਂਗੇ ਤੇ ਕੁੱਤਾ ਹੀ ਹੈ, ਪਰ ਇਹਨਾਂ ਕੁੱਤਿਆਂ ਦੇ ਵਿੱਚ ਵੀ ਫਰਕ ਹੈ। ਜਿਹੜਾ ਸ਼ਬਦ ਵਿੱਚ ਕੁੱਤਾ ਹੈ ਨਾ ਸਾਧ ਸੰਗਤ, ਉਹ ਪੈਟ ਡੌਗ ਨਹੀਂ ਹੈ, ਉਹ ਪਾਲਤੂ ਨਹੀਂ ਹੈ, ਉਹ ਅਵਾਰਾ ਹੈ। ਅਵਾਰਾ ਕੁੱਤੇ ਦੀ ਨਿਸ਼ਾਨੀ ਕੀ ਹੈ ਕਿ ਉਹ ਭਟਕਦਾ ਹੈ, ਕਦੇ ਕਿਤੇ ਜਾਏਗਾ ਕਦੇ ਕਿਤੇ ਜਾਏਗਾ, ਰੋਟੀ ਦੀ ਖਾਤਰ ਕਦੇ ਕਿਸੇ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖੜਾ ਹੋ ਜਾਏਗਾ, ਕਦੇ ਕਿਸੇ ਦੇ ਦਰਵਾਜ਼ੇ ਅੱਗੇ ਜਾ ਕੇ ਖੜਾ ਹੋ ਜਾਏਗਾ, ਕਿਉਂਕਿ ਉਹਦਾ ਇੱਕ ਮਾਲਕ ਨਹੀਂ ਹੈ, ਉਸ ਨੂੰ ਕਿਸੇ ਨੇ ਰੱਖਿਆ ਨਹੀਂ ਹੈ, ਉਹ ਭਟਕਦਾ ਫਿਰਦਾ ਹੈ ਕਦੇ ਕਿਤੇ ਕਦੇ ਕਿਤੇ, ਉਹ ਅਵਾਰਾ ਕੁੱਤਾ ਹੈ। ਪਰ ਇਹ ਜਿਹੜਾ ਸ਼ਲੋਕ ਵਾਲਾ ਹੈ ਨਾ ਸਾਧ ਸੰਗਤ, ਇਹ ਪਾਲਤੂ ਹੈ, ਇਹ ਪੈਟ ਡੌਗ ਹੈ, ਇਹਦਾ ਕੋਈ ਮਾਲਕ ਹੈ, ਇਹ ਆਪਣੇ ਮਾਲਕ ਦੇ ਘਰ ਦੇ ਵਿੱਚ ਰਹਿੰਦਾ ਹੈ। ਤੇ ਜਦੋਂ ਇਹ ਆਪਣੇ ਮਾਲਕ ਦੇ ਘਰ ਦੇ ਵਿੱਚ ਰਹਿ ਰਿਹਾ ਹੈ ਤੇ ਇਸ ਦੇ ਮਾਲਕ ਨੂੰ ਇਹਦੀ ਪੂਰੀ ਚਿੰਤਾ ਹੈ, ਪੂਰੀ ਕੇਅਰ ਕਰਦਾ ਹੈ ਜੀ ਇਹ ਕੁੱਤੇ ਦੀ ਮਾਲਕ ਜਿਹੜਾ ਹੈ, ਕਿਉਂਕਿ ਮਾਲਕ ਨੇ ਆਪਣੇ ਘਰ ਦੇ ਵਿੱਚ ਇਸ ਨੂੰ ਰੱਖਿਆ ਹੋਇਆ ਹੈ, ਪਾਲਿਆ ਹੈ, ਬੜਾ ਪਿਆਰ ਹੈ ਕੁੱਤੇ ਦੇ ਨਾਲ। ਤੇ ਖਿਆਲ ਕਰਿਓ ਸਾਧ ਸੰਗਤ, ਮੈਂ ਅਕਸਰ ਬੇਨਤੀ ਕਰਦਾ ਕਿ ਜੇਕਰ ਆਪਾਂ ਇਸ ਸਿੰਗਾਪੁਰ ਦੀ ਗੱਲ ਕਰੀਏ ਤੇ ਇੱਥੇ ਤਾਂ ਕੁੱਤਿਆਂ ਦੇ ਨਾਲ ਬਹੁਤ ਪਿਆਰ ਹੈ ਜੀ। ਵੈਸੇ ਵੀ ਪੂਰੇ ਵਰਲਡ ਦੇ ਵਿੱਚ ਬੜਾ ਪਿਆਰ ਕੀਤਾ ਜਾਂਦਾ ਹੈ ਕੁੱਤਿਆਂ ਦੇ ਨਾਲ, ਕੁੱਤੇ ਹੁੰਦੇ ਹੀ ਬੜੇ ਪਿਆਰੇ ਨੇ ਵੈਸੇ, ਪਰ ਇੱਥੇ ਕੁਝ ਜ਼ਿਆਦਾ ਹੀ ਪਿਆਰ ਹੈ। ਵੇਖਣ ਦੇ ਵਿੱਚ ਆਉਂਦਾ ਹੈ ਕਿ ਕੁੱਤੇ ਨੂੰ ਤਾਂ ਮਾਂ ਨੇ ਚੁੱਕਿਆ ਹੋਏਗਾ, ਪਰ ਬੱਚਾ ਜਿਹੜਾ ਨਾ ਉਹ ਮੇਡ ਨੂੰ ਚੁਕਾਇਆ ਹੋਏਗਾ। ਇੰਨਾ ਪਿਆਰ ਹੈ, ਬੱਚਿਆਂ ਦੇ ਨਾਲੋਂ ਵੱਧ ਕੇ ਕੁੱਤਿਆਂ ਦੇ ਨਾਲ ਪਿਆਰ ਕੀਤਾ ਜਾਂਦਾ ਹੈ। ਪਾਲਤੂ ਜੋ ਹੋਇਆ ਉਹਦੀ ਕੇਅਰ ਕੀਤੀ ਜਾ ਰਹੀ ਹੈ। ਜੇ ਥੋੜਾ ਜਿਹਾ ਵੀ ਕਿਤੇ ਲੱਗਦਾ ਹੈ ਨਾ ਕਿ ਕੁੱਤਾ ਠੀਕ ਨਹੀਂ ਹੈ, ਖਾਣਾ ਢੰਗ ਦੇ ਨਾਲ ਨਹੀਂ ਖਾ ਰਿਹਾ, ਤਾਂ ਆਪਾਂ ਉਸੇ ਵੇਲੇ ਚੁੱਕ ਕੇ ਉਹਦਾ ਜਿਹੜਾ ਡਾਕਟਰ ਹੈ ਉਹਦੇ ਕੋਲੇ ਲੈ ਚੱਲਦੇ ਹਾਂ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਸ ਸ਼ਲੋਕ ਦੇ ਵਿੱਚ ਇਹ ਵਰਡ ਕੁੱਤਾ ਸੁਆਨ ਯੂਜ਼ ਕਰਨ ਦਾ ਮਤਲਬ ਇਹੀ ਹੈ ਕਿ ਇਨਸਾਨ ਨੂੰ ਇਸ ਗੱਲ ਦੀ ਸਮਝ ਪੈ ਸਕੇ ਕਿ ਜੇਕਰ ਤੂੰ ਆਪਣੇ ਘਰ ਦੇ ਵਿੱਚ ਰੱਖੇ ਹੋਏ ਕੁੱਤੇ ਦੀ ਐਨੀ ਕੇਅਰ ਕਰਦਾ ਹੈ, ਕਿਉਂਕਿ ਉਹ ਤੇਰਾ ਵਫਾਦਾਰ ਹੈ, ਤੇਰੇ ਘਰ ਦੇ ਵਿੱਚ ਰਹਿੰਦਾ ਹੈ, ਗੁਆਂਢੀਆਂ ਦੇ ਘਰ ਦੀ ਰਾਖੀ ਨਹੀਂ ਜਾ ਕੇ ਕਰਦਾ, ਤੇਰੇ ਘਰ ਦੀ ਕਰਦਾ, ਤੇਰੇ ਘਰ ਦੇ ਵਿੱਚ ਰਹਿੰਦਾ ਹੈ। ਸਾਹਿਬ ਜੀ ਕਹਿੰਦੇ ਨੇ ਕਿ ਤੂੰ ਇਸ ਆਪਣੇ ਇੱਕ ਕੁੱਤੇ ਦੇ ਕੋਲੋਂ ਸਿੱਖਿਆ ਲੈ, ਇਹਦੇ ਕੋਲੋਂ ਇੱਕ ਗੁਣ ਸਿੱਖ ਵਫਾਦਾਰੀ ਵਾਲਾ। ਜੇਕਰ ਤੂੰ ਇਹਨੂੰ ਰੱਖਿਆ ਹੈ ਨਾ ਘਰ ਦੇ ਵਿੱਚ, ਤੇ ਇਹਦੇ ਕੋਲੋਂ ਇੱਕ ਗੁਣ ਸਿੱਖ ਲੈ ਕਿ ਇਹ ਕੁੱਤਾ ਬੜਾ ਵਫਾਦਾਰ ਹੈ। ਸਾਧ ਸੰਗਤ, ਜੇ ਮੈਂ ਗਲਤ ਨਾ ਹੋਵਾਂ ਤੇ ਕਹਿੰਦੇ ਨੇ 1935 ਦੇ ਵਿੱਚ ਜਾਪਾਨ ਦੀ ਇਹ ਘਟਨਾ ਹੈ। ਜਾਪਾਨ ਦੇ ਵਿੱਚ ਇੱਕ ਆਦਮੀ ਜਿਹੜਾ ਹੈ ਨਾ, ਉਹ ਇੱਕ ਬਾਹਰ ਜਿਹੜਾ ਸੜਕ ਦੇ ਉੱਤੇ, ਰੋਡ ਦੇ ਕਿਨਾਰੇ ਦੇ ਉੱਤੇ ਇੱਕ ਕੁੱਤਾ ਸੀ, ਉਹਨੂੰ ਚੁੱਕ ਕੇ ਆਪਣੇ ਘਰੇ ਲੈ ਆਉਂਦਾ ਹੈ। ਉਹਦੀ ਪਾਲਣਾ ਕਰਦਾ ਹੈ, ਉਹਦੀ ਦੇਖ ਰੇਖ ਕਰਦਾ ਹੈ, ਉਹਨੂੰ ਇੱਕ ਸ਼ੈਲਟਰ ਦੇ ਦਿੰਦਾ ਹੈ ਜੀ ਆਪਣੇ ਘਰ ਦੇ ਵਿੱਚ। ਤੇ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਉਹਦੇ ਮਾਲਕ ਦੀ ਡੈਥ ਹੋ ਜਾਂਦੀ ਹੈ ਨਾ, ਮਾਲਕ ਰੋਜ਼ਾਨਾ ਆਪਣੇ ਕੰਮ ਤੇ ਜਾਂਦਾ ਹੈ, ਆਫਿਸ ਦੇ ਵਿੱਚ ਜੌਬ ਕਰਦਾ ਪਿਆ ਹੈ, ਰੋਜ਼ਾਨਾ ਆਪਣੇ ਕੰਮ ਤੇ ਜਾਂਦਾ ਹੈ,
ਤੇ ਜਿਸ ਸਟੇਸ਼ਨ ਤੋਂ ਉਹ ਟ੍ਰੇਨ ਲੈਂਦਾ ਹੈ, ਟ੍ਰੇਨ ਲੈ ਕੇ ਆਪਣੇ ਆਫਿਸ ਜਾਂਦਾ ਹੈ, ਵਾਪਸ ਉਸੇ ਸਟੇਸ਼ਨ ਤੇ ਆਣ ਕੇ ਉਤਰਦਾ ਹੈ। ਤੇ ਇਹ ਕੁੱਤਾ ਰੋਜ਼ਾਨਾ ਹੀ ਡੇਲੀ ਦੀ ਰੁਟੀਨ ਹੈ ਕਿ ਆਪਣੇ ਮਾਲਕ ਨੂੰ ਉਸ ਸਟੇਸ਼ਨ ਦੇ ਉੱਤੇ ਰਿਸੀਵ ਕਰਨ ਵਾਸਤੇ ਜਾਂਦਾ ਹੈ, ਡੇਲੀ ਸ਼ਾਮ ਨੂੰ। ਤੇ ਇੱਕ ਦਿਨ ਕੀ ਹੋਇਆ, ਉਸ ਮਾਲਕ ਦੀ ਡੈਥ ਹੋ ਜਾਂਦੀ ਹੈ ਕਿਸੇ ਘਟਨਾ ਦੇ ਕਰਕੇ, ਕੋਈ ਬਾਡੀ ਦੇ ਵਿੱਚ ਪ੍ਰੋਬਲਮ ਹੋਈ ਤੇ ਉਹਦੀ ਉੱਥੇ ਹੀ ਡੈਥ ਹੋ ਜਾਂਦੀ ਹੈ। ਤੇ ਕਹਿੰਦੇ ਨੇ ਕਿ ਇਹ ਕੁੱਤਾ ਜਿਹੜਾ, ਜਿਸ ਨੂੰ ਮਾਲਕ ਨੇ ਰੋਡ ਦੇ ਉੱਤੋਂ ਚੁੱਕ ਕੇ ਆਪਣੇ ਘਰ ਦੇ ਵਿੱਚ ਲਿਆਂਦਾ ਸੀ, ਇੰਨਾ ਪਿਆਰ ਪੈ ਗਿਆ, ਇੰਨਾ ਵਫਾਦਾਰ ਹੋਇਆ ਕਿ ਉਹਦੀ ਮੌਤ ਤੋਂ ਬਾਅਦ ਵੀ ਜਦੋਂ ਤੱਕ ਕੁੱਤਾ ਜਿਉਂਦਾ ਰਿਹਾ, ਉਸੇ ਹੀ ਸਟੇਸ਼ਨ ਤੇ ਰੋਜ਼ਾਨਾ ਜਾ ਕੇ ਤੇ ਉਹਦੀ ਉਡੀਕ ਕਰਦਾ ਸੀ, ਰੋਜ਼ਾਨਾ। 1935 ਦੀ ਇਹ ਘਟਨਾ ਹੈ ਕਿ ਤੁਸੀਂ ਆਨਲਾਈਨ ਗੂਗਲ ਤੇ ਸਰਚ ਮਾਰ ਕੇ ਵੀ ਪੜ੍ਹ ਸਕਦੇ ਹੋ। ਸੋ ਸਤਿਗੁਰੂ ਜੀ ਕਹਿੰਦੇ, ਜਿਹੜਾ ਤੂੰ ਆਪਣੇ ਘਰ ਦੇ ਵਿੱਚ ਇੱਕ ਜਾਨਵਰ ਰੱਖਿਆ ਹੋਇਆ ਹੈ ਨਾ, ਸਵਾਨ, ਉਹਦੇ ਕੋਲੋਂ ਇੱਕ ਗੁਣ ਸਿੱਖ ਕਿ ਉਹ ਬੜਾ ਵਫਾਦਾਰ ਹੈ। ਵਫਾਦਾਰ, ਤੂੰ ਮਾਲਕ ਦਾ ਵਫਾਦਾਰ ਹੋ ਜਾ। ਤੇਰੀ ਨਜ਼ਰ ਦੇ ਵਿੱਚ ਬਾਬਾ ਫਰੀਦ ਜੀ ਨੇ ਕੀ ਕਿਹਾ ਹੈ, ਸ਼ਲੋਕ ਪੜ੍ਹੋ। ਜਦੋਂ ਬਾਬਾ ਫਰੀਦ ਜੀ ਦੇ ਜਾਂ ਭਗਤ ਕਬੀਰ ਜੀ ਦੇ ਸ਼ਲੋਕ ਆਉਂਦੇ ਨੇ ਨਾ ਜੀ, ਅਖੰਡ ਪਾਠ ਚੱਲਦਾ ਹੋਵੇ ਜਾਂ ਸਹਿਜ ਪਾਠ ਰੱਖਿਆ ਹੋਵੇ, ਤੇ ਬੜੇ ਪਿਆਰ ਦੇ ਨਾਲ ਆਪਾਂ ਪੜ੍ਹਦੇ ਜਾਂ ਸੁਣਦੇ ਹਾਂ। ਤੇ ਕਿਤੇ ਉਹਨਾਂ ਸ਼ਲੋਕਾਂ ਵੱਲ ਡੀਪਲੀ ਧਿਆਨ ਦਿੱਤਾ ਜਾਵੇ ਨਾ, ਤੇ ਬੜੀਆਂ ਕਮਾਲ ਦੀਆਂ ਗੱਲਾਂ ਕਬੀਰ ਸਾਹਿਬ ਨੇ ਤੇ ਬਾਬਾ ਫਰੀਦ ਜੀ ਨੇ ਉਹਨਾਂ ਸ਼ਲੋਕਾਂ ਦੇ ਵਿੱਚ ਕਹੀਆਂ ਨੇ। ਬਾਬਾ ਫਰੀਦ ਜੀ ਦੇ ਸ਼ਲੋਕ ਦੇ ਵਿੱਚ ਆਪਾਂ ਪੜ੍ਹਦੇ ਹਾਂ, ਪਤਾ ਕੀ ਕਹਿੰਦੇ ਬਾਬਾ ਜੀ? ਕਹਿੰਦੇ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿਹੜੀਆਂ ਸੁਹਾਗਣਾ ਹੁੰਦੀਆਂ ਨੇ ਨਾ, ਉਹ ਸੁਹਾਗਣਾ ਆਪਣੇ ਪਤੀ ਤੋਂ ਇਲਾਵਾ ਕਿਸੇ ਦੂਜੇ ਵੱਲ ਨਹੀਂ ਦੇਖਦੀਆਂ। ਜਿਹੜੀ ਸੁਹਾਗਣ ਔਰਤ ਹੈ, ਪਤੀਵਰਤਾ ਔਰਤ ਹੈ, ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਦੂਜੇ ਮਰਦ ਵੱਲ, ਕਿਸੇ ਪਰਾਏ ਮਰਦ ਵੱਲ ਨਹੀਂ ਦੇਖਦੀ। ਉਹਦੀ ਨਿਸ਼ਾਨੀ ਹੈ ਪਤੀਵਰਤਾ ਦੀ। ਤੇ ਬਾਬਾ ਫਰੀਦ ਜੀ ਨੇ ਇਹ ਜਿਹੜੇ ਬਚਨ ਯੂਜ਼ ਕੀਤੇ ਨੇ ਨਾ, ਕਿ ਇੱਕ ਸੁਹਾਗਣ ਆਪਣੇ ਪਤੀ ਤੋਂ ਇਲਾਵਾ ਕਿਸੇ ਦੂਜੇ ਵੱਲ ਨਹੀਂ ਦੇਖਦੀ, ਇਹਦਾ ਮਤਲਬ ਵੀ ਇਹ ਹੈ ਕਿ ਅਸੀਂ ਚਾਹੇ ਮਰਦ ਹਾਂ ਚਾਹੇ ਔਰਤਾਂ, ਅਸੀਂ ਸਾਰੇ ਹੀ ਉਸ ਪ੍ਰਮਾਤਮਾ ਦੀਆਂ ਪਤਨੀਆਂ ਵਾਂ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵਾਰ-ਵਾਰ ਜ਼ਿਕਰ ਕੀਤਾ ਹੈ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਪੁਰਖ ਇੱਕ ਹੀ ਹੈ, ਪ੍ਰਮਾਤਮਾ, ਅਸੀਂ ਸਾਰੇ ਉਹਦੀਆਂ ਜੀਵ ਇਸਤਰੀਆਂ, ਪਤਨੀਆਂ। ਤੇ ਬਾਬਾ ਫਰੀਦ ਜੀ ਕਹਿੰਦੇ, ਜਿਹੜੀ ਉਸ ਪ੍ਰਮਾਤਮਾ ਪਤੀ ਦੀ ਪਤਨੀ ਹੈ ਨਾ, ਇਸਤਰੀ ਹੈ, ਉਹ ਪਤਨੀ ਉਸ ਇੱਕ ਪਤੀ ਤੋਂ ਇਲਾਵਾ ਕਿਸੇ ਦੂਜੇ ਵੱਲ ਨਹੀਂ ਦੇਖਦੀ, ਕਿਸੇ ਦੂਜੇ ਦੇ ਉੱਤੇ ਉਹ ਆਸ ਨਹੀਂ ਰੱਖਦੀ, ਕੇਵਲ ਇੱਕ ਪਤੀ, ਇੱਕ ਪ੍ਰਮਾਤਮਾ ਦੇ ਉੱਤੇ ਆਸ ਹੈ ਉਹਦੀ। ਜਿਹੜਾ ਗੁਰੂ ਦਾ ਹੋ ਗਿਆ ਨਾ, ਜਿਹੜਾ ਇੱਕ ਮਾਲਕ ਦਾ ਹੋ ਗਿਆ ਸਾਧ ਸੰਗਤ, ਉਹ ਦੁਬਾਰਾ ਕਿਸੇ ਦੂਜੇ ਵੱਲ ਨਹੀਂ ਜੀ ਦੇਖਦਾ। ਫਰੀਦ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਪਤਾ ਕੀ ਕਿਹਾ ਬਾਬਾ ਜੀ ਨੇ? ਕਹਿੰਦੇ, ਹੇ ਮੇਰੇ ਮਾਲਕ, ਮੇਰੀ ਤੇਰੇ ਅੱਗੇ ਇੱਕ ਅਰਜ਼ੋਈ ਹੈ, ਇੱਕ ਅਰਦਾਸ ਹੈ, ਇੱਕ ਬੇਨਤੀ ਹੈ। ਮੈਂ ਤੇਰਾ ਨੌਕਰ, ਤੇਰਾ ਚਾਕਰ, ਤੂੰ ਮੇਰਾ ਮਾਲਕ ਹੈ, ਤੇ ਮੇਰੀ ਮਨ ਦੀ ਇਹੀ ਇੱਛਾ ਹੈ ਕਿ ਹਮੇਸ਼ਾ ਜੇਕਰ ਮੈਨੂੰ ਕੁਝ ਵੀ ਮੰਗਣ ਦੀ ਜ਼ਰੂਰਤ ਪਵੇ ਤਾਂ ਮੈਂ ਕੇਵਲ ਤੇਰੇ ਕੋਲੋਂ ਮੰਗਾ। ਤੂੰ ਹੀ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ। ਤੇਰੇ ਉੱਤੇ ਹੀ ਮੈਨੂੰ ਆਸ ਹੈ, ਤੇ ਮੈਨੂੰ ਇੰਨਾ ਭਰੋਸਾ ਹੈ ਕਿ ਮੇਰੇ ਮਨ ਦੀ ਹਰ ਇੱਕ ਮੁਰਾਦ, ਮਨ ਦੀ ਹਰ ਇੱਕ ਇੱਛਾ ਜਿਹੜੀ ਹੈ, ਉਹ ਤੂੰ ਹੀ ਪੂਰੀ ਕਰ ਸਕਣਾ ਹੈ। ਤੇ ਇੱਕ ਰਹਿਮਤ ਮੇਰੇ ਉੱਤੇ ਇਹ ਕਰ ਦੇਈਂ ਕਿ ਐਸਾ ਸਮਾਂ ਮੇਰੀ ਜ਼ਿੰਦਗੀ ਦੇ ਵਿੱਚ ਨਾ ਆਏ ਕਿ ਜਦੋਂ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਜਾ ਕੇ ਬਹਿਣਾ ਪੈ ਜਾਏ। ਕੋਈ ਐਸਾ ਸਮਾਂ ਮੇਰੀ ਜ਼ਿੰਦਗੀ 'ਚ ਨਾ ਆਏ ਕਿ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਕੋਲੋਂ ਮੰਗਦਾ ਫਿਰਾਂ। ਤੇ ਜੇ ਐਸੀ ਨੌਬਤ ਆ ਜਾਏ, ਬਾਈ ਚਾਂਸ ਕਿਤੇ ਐਸਾ ਸਮਾਂ ਆ ਗਿਆ ਕਿ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਅੱਗੇ ਜਾਣ ਲੱਗਾ, ਤੇ ਐਸਾ ਸਮਾਂ ਆਉਣ ਤੋਂ ਪਹਿਲਾਂ ਬਾਬਾ ਫਰੀਦ ਜੀ ਕਹਿੰਦੇ, ਮੇਰੇ ਮਾਲਕ ਜੀ, ਮੇਰੇ ਅੰਦਰੋਂ ਜਾਨ ਕੱਢ ਲਈ। ਮੈਂ ਤੇਰੇ ਦਰ ਨੂੰ ਛੱਡ ਕੇ ਜਿਉਣਾ ਨਹੀਂ ਚਾਹੁੰਦਾ। ਐਸੀ ਨੌਬਤ ਜੇਕਰ ਆਵੇ, ਆਉਣ ਤੋਂ ਪਹਿਲਾਂ ਮੇਰੇ ਸਰੀਰ ਦੇ ਵਿੱਚੋਂ ਮੇਰੀ ਜਾਨ ਹੀ ਕੱਢ ਲਈ, ਕਿਉਂਕਿ ਮੈਂ ਤੇਰੇ ਦਰ ਨੂੰ ਛੱਡ ਕੇ ਕਿਤੇ ਜਾਣਾ ਨਹੀਂ ਚਾਹੁੰਦਾ। ਤੇ ਖਿਆਲ ਕਰਿਓ ਸਾਧ ਸੰਗਤ, ਇਹੀ ਗੱਲ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਪਏ ਨੇ। ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ, ਤੂੰ ਇੱਕ ਮਾਲਕ ਦਾ ਹੋ ਜਾ, ਉਹਨੂੰ ਜਪ, ਉਹਦੀ ਬੰਦਗੀ ਕਰ, ਇਸ ਸੁਆਣ ਦੇ ਕੋਲੋਂ ਤੂੰ ਸਿੱਖਿਆ ਲੈ। ਮਾਲਕ ਉਹਨੂੰ ਚਾਹੇ ਖਾਣਾ ਪਾਵੇ, ਪਿਆਰ ਕਰੇ, ਤਾਂ ਵੀ ਉਹਦਾ ਦਰ ਨਹੀਂ ਛੱਡਦਾ।
ਚਾਹੇ ਮਾਲਕ ਉਸ ਨੂੰ ਡੰਡੇ ਦੇ ਨਾਲ ਮਾਰੀ ਕਿਉਂ ਨਾ, ਉਹ ਕੁੱਤਾ ਫਿਰ ਵੀ ਆਪਣੇ ਮਾਲਕ ਦਾ ਦਰ ਛੱਡ ਕੇ ਜਾਂਦਾ ਨਹੀਂ, ਉੱਥੇ ਹੀ ਰਹਿੰਦਾ ਹੈ। ਤੇ ਸਾਧ ਸੰਗਤ, ਜੇਕਰ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਜਦੋਂ ਆਪਣੇ ਜੀਵਨ ਦੇ ਵਿੱਚ ਕਿਤੇ ਸੁੱਖ ਹੁੰਦਾ ਹੈ, ਉਦੋਂ ਤਾਂ ਆਪਾਂ ਗੁਰੂ ਦੇ ਕੋਲ ਆ ਜਾਂਦੇ ਹਾਂ। ਪਰ ਜਦੋਂ ਕਿਤੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ, ਕੋਈ ਮੁਸ਼ਕਲ ਆ ਗਈ, ਕੋਈ ਦੁੱਖ ਆ ਗਿਆ ਜ਼ਿੰਦਗੀ ਦੇ ਵਿੱਚ, ਆਣ ਕੇ ਅਰਦਾਸ ਕਰਦੇ ਹਾਂ। ਜਿੱਥੇ ਅਰਦਾਸ ਕਰਦੇ ਹਾਂ ਨਾ ਸਾਧ ਸੰਗਤ, ਉੱਥੇ ਨਾਲ ਦੇ ਨਾਲ ਅਸੀਂ ਭਟਕਣਾ ਵੀ ਸ਼ੁਰੂ ਕਰ ਦਿੰਦੇ ਹਾਂ। ਉਹ ਜਿਹੜਾ ਮਾਲਕ ਦੇ ਉੱਤੇ ਵਿਸ਼ਵਾਸ ਅਸੀਂ ਨਾ, ਵਿਸ਼ਵਾਸ ਰਹਿੰਦਾ ਹੀ ਨਹੀਂ ਹੈ, ਉਹ ਭਰੋਸਾ ਰਹਿੰਦਾ ਹੀ ਨਹੀਂ ਹੈ। ਦੁੱਖ ਦੇ ਵਿੱਚ ਆਣ ਕੇ ਇੱਕ ਮਾਲਕ ਨੂੰ ਛੱਡ ਕੇ ਥਾਂ ਥਾਂ ਤੇ ਅਸੀਂ ਭਟਕਣਾ ਸ਼ੁਰੂ ਕਰ ਦਿੰਦੇ ਹਾਂ। ਤੇ ਸਤਿਗੁਰੂ ਜੀ ਇਹੀ ਤੇ ਗੱਲ ਸਮਝਾਉਂਦੇ ਪਏ ਨੇ। ਕਹਿੰਦੇ ਜੇਕਰ ਉਹ ਮਾਲਕ, ਬੜਾ ਪਿਆਰਾ ਵਚਨ ਹੈ ਜੀ ਗੁਰੂ ਸਾਹਿਬ ਦਾ ਇੱਕ, ਕਹਿੰਦੇ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੈ ਧੀਰਕ ਭਾਵੈ ਧੱਕੇ ਏਕ ਵਡਾਈ ਦੇ। ਕਹਿੰਦੇ ਤੂੰ ਮਾਲਕ ਦੇ ਦਰ ਤੇ ਆਣ ਕੇ ਝੁਕ ਜਾਣ, ਮੰਗਤਾ ਬਣ ਕੇ ਮਾਲਕ ਦੇ ਅੱਗੇ ਹੱਥ ਫੈਲਾ, ਝੋਲੀ ਫੈਲਾ, ਉਹ ਮਾਲਕ ਤੇਰੀ ਝੋਲੀ ਦੇ ਵਿੱਚ ਦਾਤ ਜ਼ਰੂਰ ਪਾਏਗਾ। ਇਹ ਉਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਤੈਨੂੰ ਧੀਰਜ ਦਿੰਦਾ ਹੈ, ਭਾਵੈ ਧੀਰਕ ਭਾਵੈ ਧੱਕੇ। ਤੇਰੇ ਜੀਵਨ ਦੇ ਵਿੱਚ ਉਹ ਤੈਨੂੰ ਖੁਸ਼ੀਆਂ ਦੇ ਨਾਲ ਤੇਰੀ ਝੋਲੀ ਭਰ ਦਿੰਦਾ ਹੈ, ਚਾਹੇ ਤੇਰੇ ਜੀਵਨ ਦੇ ਵਿੱਚ ਉਹ ਤੈਨੂੰ ਦੁੱਖ ਦੇ ਦੇ, ਇਹ ਉਹਦੀ ਰਜ਼ਾ ਹੈ। ਤੇਰਾ ਫਰਜ਼ ਕੀ ਬਣਦਾ ਹੈ ਕਿ ਤੂੰ ਉਹਦੇ ਅੱਗੇ ਪੁਕਾਰ ਕਰ, ਤੂੰ ਉਹਦੇ ਅੱਗੇ ਕੁਰਲਾ। ਤੇ ਜਦੋਂ ਉਹਦੇ ਅੱਗੇ ਆਣ ਕੇ ਝੋਲੀ ਅੱਡੇਗਾ, ਇਹ ਉਹਦੇ ਤੇ ਡਿਪੈਂਡ ਕਰਦਾ ਹੈ। ਤੇ ਜੇਕਰ ਤੂੰ ਸੱਚਮੁੱਚ ਮਾਲਕ ਦੇ ਨਾਲ ਪਿਆਰ ਕਰਨਾ ਹੈ, ਤੇ ਫਿਰ ਸਾਹਿਬ ਜੀ ਕਹਿੰਦੇ ਇਸ ਕੁੱਤੇ ਦੀ ਤਰ੍ਹਾਂ ਤੂੰ ਮਾਲਕ ਦਾ ਦਰ ਛੱਡ ਕੇ ਜਾਏਗਾ ਨਹੀਂ। ਚਾਹੇ ਤੇਰੇ ਜੀਵਨ ਦੇ ਵਿੱਚ ਦੁੱਖ ਆਵੇ ਤੇ ਚਾਹੇ ਸੁੱਖ ਆਵੇ। ਤੇ ਖਿਆਲ ਕਰਿਓ, ਜਿਹੜੇ ਦਰ ਛੱਡ ਕੇ ਭਟਕ ਜਾਂਦੇ ਨੇ ਨਾ, ਉਹਨਾਂ ਦੀ ਹਾਲਤ ਬੜੀ ਬੁਰੀ ਹੁੰਦੀ ਜੇ। ਉਹ ਸਿਆਣੇ ਕਹਿੰਦੇ ਨੇ ਨਾ ਕਿ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਕਦੇ ਪਾਰ ਨਹੀਂ ਜੇ ਲੰਘਦਾ। ਤੇ ਸਾਡੀਆਂ ਦੋ ਬੇੜੀਆਂ ਨਹੀਂ, ਅਸੀਂ ਤਾਂ ਕਈ ਬੇੜੀਆਂ ਦੇ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਕਦੇ ਕਿਸੇ ਦੀ ਬੇੜੀ ਦੇ ਵਿੱਚ, ਕਦੇ ਕਿਸੇ ਬੇੜੀ ਦੇ ਵਿੱਚ। ਜਿਹੜਾ ਜੇ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਪਾਰ ਨਹੀਂ ਲੰਘ ਸਕਦਾ, ਤੇ ਸਾਧ ਸੰਗਤ ਖਿਆਲ ਕਰਿਓ, ਜਿਹੜਾ ਬਹੁਤੀਆਂ ਬੇੜੀਆਂ ਦੇ ਵਿੱਚ ਪੈਰ ਰੱਖੇਗਾ, ਉਹ ਪਾਰ ਕਿੱਥੋਂ ਲੰਘ ਜਾਏਗਾ? ਪਾਰ ਉਹੀ ਲੰਘੇਗਾ ਜਿਹੜਾ ਇੱਕ ਬੇੜੀ ਦੇ ਵਿੱਚ ਸਵਾਰ ਹੋ ਗਿਆ, ਜਿਹਦੇ ਦੋਨੋਂ ਪੈਰ ਇੱਕ ਬੇੜੀ ਦੇ ਵਿੱਚ ਆ ਗਏ। ਜੀਵਨ ਉਹਦਾ ਹੀ ਸਫਲ ਹੋਏਗਾ ਜਿਹੜਾ ਇੱਕ ਮਾਲਕ ਦੇ ਦਰ ਤੇ ਆਣ ਕੇ ਝੁਕ ਗਿਆ, ਜਿਹੜਾ ਉਹਦੇ ਦਰ ਨੂੰ ਛੱਡ ਕੇ ਕਦੇ ਨਾ ਜਾਵੇ। ਭਾਈ ਨੰਦ ਲਾਲ ਜੀ ਨੇ ਬੜੀ ਪਿਆਰੀ ਗੱਲ ਕਹੀ। ਉਹ ਅਰਦਾਸ ਕਰਦੇ ਨੇ ਇੱਕ ਰੱਬ ਦੇ ਅੱਗੇ, ਤੇ ਨਾਲ ਹੀ ਹਵਾ ਨੂੰ ਕਹਿੰਦੇ ਨੇ, ਹਵਾ, ਏਅਰ, ਹਵਾ ਨੂੰ ਕਹਿੰਦੇ ਨੇ। ਪਤਾ ਕੀ ਕਹਿੰਦੇ? ਹਵਾ ਦੇ ਨਾਲ ਗੱਲਬਾਤ ਕਰਦਿਆਂ ਭਾਈ ਨੰਦ ਲਾਲ ਜੀ ਕਹਿੰਦੇ ਕਿ ਗੁਰੂ ਦਰੋਂ ਨਾ ਉਡਾ ਲੈ ਜਾਵੀਂ ਮੇਰੀ ਖਾਕ ਹਵਾਏ। ਹਵਾ ਨੂੰ ਕਹਿੰਦੇ ਕਿ ਜਿਸ ਦਿਨ ਮੇਰੀ ਮੌਤ ਹੋ ਜਾਏ, ਜਿਸ ਦਿਨ ਮੇਰੀ ਮੌਤ ਹੋ ਜਾਏ, ਮੇਰੇ ਸਰੀਰ ਦੀ ਜਿਹੜੀ ਸੁਆਹ ਹੈ, ਐਸ਼ ਹੈ, ਉਹ ਮੇਰੇ ਗੁਰੂ ਦੇ ਦਰ ਤੇ, ਮੇਰੇ ਮਾਲਕ ਦੇ ਦਰ ਤੇ ਪਈ ਹੋਏਗੀ। ਇਹ ਹਵਾ, ਮੇਰੀ ਤੇਰੇ ਅੱਗੇ ਇਹ ਬੇਨਤੀ ਹੈ, ਇਹ ਅਰਦਾਸ ਹੈ, ਇੱਕ ਰਹਿਮਤ ਮੇਰੇ ਉੱਤੇ ਕਰ ਦੇਈਂ ਕਿ ਜਦੋਂ ਮੇਰੀ ਐਸ਼, ਮੇਰੀ ਸੁਆਹ ਗੁਰੂ ਦੇ, ਮੇਰੇ ਮਾਲਕ ਦੇ ਦਰ ਦੇ ਉੱਤੇ ਪਈ ਹੋਵੇ, ਤੇ ਉਹਨੂੰ ਉਡਾ ਕੇ ਨਾ ਲੈ ਜਾਈਂ। ਉਸ ਟਾਈਮ ਤੇ ਮੇਰੇ ਗੁਰੂ ਦੇ ਦਰ ਤੋਂ ਤੂੰ ਬੜੇ ਪਿਆਰ ਦੇ ਨਾਲ ਲੰਘੀ, ਹੌਲੀ ਹੋ ਜਾਈਂ, ਤੇਜ਼ ਨਾ ਚੱਲੀ। ਕਿਉਂਕਿ ਜੇਕਰ ਤੇਜ਼ ਚੱਲੀ ਤੇ ਜਿਹੜੀ ਸਵਾਹ ਹੈ ਨਾ, ਉਹ ਉੱਡ ਕੇ ਕਿਸੇ ਦੂਜੇ ਦੇ ਦਰਵਾਜ਼ੇ ਤੇ ਚਲੀ ਜਾਏਗੀ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਹੁੰਦਾ ਕੀ ਹੈ ਕਿ ਡਸਟ ਉੱਡਦੀ ਹੈ, ਡਸਟ ਉੱਡ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਤੇ ਭਾਈ ਨੰਦ ਲਾਲ ਜੀ ਹਵਾ ਨੂੰ ਕਹਿੰਦੇ ਨੇ, ਕਹਿੰਦੇ ਜਦੋਂ ਤੂੰ ਚੱਲੇ ਤੇ ਮੇਰੇ ਮਾਲਕ ਦੇ ਦਰਵਾਜ਼ੇ ਦੇ ਕੋਲੋਂ ਬੜੇ ਪਿਆਰ ਦੇ ਨਾਲ ਹੌਲੀ ਹੋ ਕੇ ਲੰਘੀ, ਕਿਤੇ ਐਸਾ ਨਾ ਹੋਵੇ ਕਿ ਮੇਰੇ ਸਰੀਰ ਦੀ ਜਿਹੜੀ ਸਵਾਹ ਹੈ ਉਹ ਉੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਦੇ ਅੱਗੇ ਚਲੀ ਜਾਵੇ। ਖਿਆਲ ਕਰਿਓ ਸਾਧ ਸੰਗਤ, ਭਾਵ ਬੜਾ ਗਹਿਰਾ ਹੈ ਭਾਈ ਨੰਦ ਲਾਲ ਜੀ ਦਾ। ਕਹਿੰਦੇ ਜਿਉਂਦੇ ਜੀ ਮੈਂ ਆਪਣੇ ਮਾਲਕ ਦਾ ਦਰ ਨਹੀਂ ਛੱਡਿਆ, ਤੇ ਕਿਤੇ ਐਸਾ ਨਾ ਹੋਵੇ ਕਿ ਮਰਨ ਤੋਂ ਬਾਅਦ ਮੇਰੀ ਸਵਾਹ ਜਿਹੜੀ ਹੈ ਉਹ ਮੇਰੇ ਮਾਲਕ ਦੇ ਦਰ ਤੋਂ ਉੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਚਲੀ ਜਾਏ। ਤੇ ਜੇ ਕਿਤੇ ਐਸਾ ਹੋ ਗਿਆ, ਭਾਈ ਸਾਹਿਬ ਜੀ ਕਹਿੰਦੇ ਗੁਰੂ ਦਰੋਂ ਨਾ ਉਡਾ ਲੈ ਜਾਵੀਂ ਮੇਰੀ ਖਾਕ ਹਵਾਏ, ਦੁਨੀਆ ਵਾਲੇ ਦੇਣਗੇ ਤਾਨੇ ਇਹਨੇ ਥਾਂ ਥਾਂ ਨੇ ਲਗਾਏ। ਦੁਨੀਆ ਦੇ ਲੋਕ ਕਹਿੰਦੇ ਮੈਨੂੰ ਤਾਨੇ ਮਾਰਨਗੇ ਕਿ ਨੰਦ ਲਾਲ ਕਿਸੇ ਇੱਕ ਦਾ ਹੋਇਆ ਹੀ ਨਹੀਂ, ਉਹ ਕਦੇ ਕਿਸੇ ਦੇ ਨਾਲ ਪਿਆਰ ਪਾ ਕੇ ਬਹਿ ਗਿਆ, ਕਦੇ ਕਿਸੇ ਦੇ ਨਾਲ। ਕਹਿੰਦੇ ਇਹ ਤਾਨਾ ਮੈਂ ਨਹੀਂ ਸੁਣਨਾ ਚਾਹੁੰਦਾ। ਤੇ ਸਾਧ ਸੰਗਤ, ਇਹੀ ਗੱਲ ਸਤਿਗੁਰੂ ਜੀ ਸਾਨੂੰ ਵਾਰ-ਵਾਰ ਬਾਣੀ 'ਚ ਸਮਝਾਉਂਦੇ ਨੇ। ਇਹ ਡਿਪੈਂਡ ਸਾਡੇ ਤੇ ਕਰਦਾ ਕਿ ਅਸੀਂ ਕਿਹੜੇ
ਮੈਂ ਲਫ਼ਜ਼ ਲੱਗਾ ਯੂਜ਼ ਕਰਨ, ਮਾਫ ਕਰਿਆ ਜੀ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੇਕਰ ਯੂਜ਼ ਕੀਤਾ ਹੈ ਤੇ ਮੈਂ ਵੀ ਉਹੀ ਦੁਹਰਾਵਾਂਗਾ। ਸਤਿਗੁਰੂ ਜੀ ਕਹਿੰਦੇ ਇਹ ਇਨਸਾਨ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਕੁੱਤਾ ਬਣਨਾ ਚਾਹੁੰਦਾ ਹੈ। ਕੀ ਉਹ ਇੱਕ ਮਾਲਕ ਦਾ ਬਣਨਾ ਚਾਹੁੰਦਾ ਹੈ ਕਿ ਜਾਂ ਉਹ ਅਵਾਰਾ ਬਣਨਾ ਚਾਹੁੰਦਾ ਹੈ। ਤੇ ਜੇਕਰ ਤਾਂ ਅਵਾਰਾ ਬਣਨਾ ਚਾਹੁੰਦਾ ਹੈ, ਫਿਰ ਤੇ ਇਹ ਗੱਲ ਪੱਕੀ ਹੈ ਕਿ ਉਹਦੇ ਜੀਵਨ ਦੇ ਵਿੱਚ ਹਮੇਸ਼ਾ ਹੀ ਭਟਕਣਾ ਹੈ, ਹਮੇਸ਼ਾ ਹੀ ਦੁੱਖ ਨੇ, ਉਹ ਸੁਖੀ ਨਹੀਂ ਜੀ ਹੋ ਸਕਦਾ। ਕਿਸੇ ਕਵੀ ਨੇ ਬੜਾ ਪਿਆਰਾ ਲਿਖਿਆ ਕੁੱਤੇ ਦੇ ਬਾਰੇ, ਕਹਿੰਦਾ ਕੁੱਤਾ ਦਰ ਦਰ ਫਿਰੇ, ਭਟਕਦਾ ਹੈ ਨਾ ਜੀ, ਕਦੇ ਕਿਤੇ ਕਦੇ ਕਿਤੇ ਰੋਟੀ ਦੀ ਖਾਤਰ ਕੁੱਤਾ ਦਰ ਦਰ ਫਿਰੈ, ਦਰ ਦਰ ਦੁਰ ਦੁਰ ਹੋਏ। ਕਦੇ ਦਰ ਦਾ ਮਤਲਬ ਹੁੰਦਾ ਸਾਧ ਸੰਗਤ ਦਰਵਾਜ਼ਾ। ਕੁੱਤਾ ਕਦੇ ਕਿਸੇ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖੜਾ ਹੋ ਜਾਂਦਾ ਹੈ, ਕਦੇ ਕਿਸੇ ਦੇ ਅੱਗੇ। ਤੇ ਜਦੋਂ ਕਿਸੇ ਦੇ ਦਰਵਾਜ਼ੇ ਅੱਗੇ ਜਾ ਕੇ ਖੜਾ ਹੁੰਦਾ ਹੈ ਨਾ, ਤੇ ਉਹ ਘਰ ਦਾ ਮਾਲਕ ਜਿਹੜਾ ਇਹਨਾਂ ਨੂੰ ਦਬਕਾ ਮਾਰ ਕੇ ਭਜਾ ਦਿੰਦਾ ਹੈ। ਕੁੱਤਾ ਦਰ ਦਰ ਫਿਰੈ, ਦਰ ਦਰ ਦੁਰ ਦੁਰ ਹੋਏ। ਅਗਲੀ ਗੱਲ ਬੜੀ ਪਿਆਰੀ ਕਹੀ ਉਹਨੇ, ਕਹਿੰਦਾ ਜੇ ਇੱਕ ਦਰ ਦਾ ਹੋਏ ਰਹਿ, ਫਿਰ ਕਿਉਂ ਦੁਰ ਦੁਰ ਹੋਏ। ਜੇਕਰ ਉਹੀ ਕੁੱਤਾ ਇੱਕ ਮਾਲਕ ਦਾ ਹੋ ਜਾਏ ਤੇ ਫਿਰ ਉਹਨੂੰ ਕੋਈ ਵੀ ਦੁਰ ਦੁਰ ਨਹੀਂ ਕਰੇਗਾ, ਮਤਲਬ ਉਹਨੂੰ ਕੋਈ ਦਬਕਾ ਨਹੀਂ ਮਾਰੇਗਾ, ਕੋਈ ਉਹਨੂੰ ਆਪਣੇ ਦਰਵਾਜ਼ੇ ਤੋਂ ਭਜਾਏਗਾ ਨਹੀਂ। ਫਿਰ ਮਾਲਕ ਨੂੰ ਉਹਦੀ ਚਿੰਤਾ ਹੋਏਗੀ, ਮਾਲਕ ਉਹਦੀ ਪੂਰੀ ਕੇਅਰ ਕਰੇਗਾ, ਮਾਲਕ ਉਹਦੀ ਖੁਰਾਕ ਦਾ ਪ੍ਰਬੰਧ ਕਰੇਗਾ, ਜੇ ਬਿਮਾਰ ਹੁੰਦਾ ਹੈ ਉਹਦਾ ਇਲਾਜ ਕਰਵਾਏਗਾ, ਉਹਦੇ ਰਹਿਣ ਵਾਸਤੇ ਥਾਂ ਉਹਦੀ ਪੱਕੀ ਕਰੇਗਾ। ਤੇ ਸਾਧ ਸੰਗਤ ਇਹੀ ਗੱਲ ਉਹ ਕਵੀ ਵੀ ਸਾਨੂੰ ਸਮਝਾਉਣਾ ਚਾਹੁੰਦਾ ਹੈ। ਕਹਿੰਦੇ ਹੈ ਇਨਸਾਨ ਅਵਾਰਾ ਕੁੱਤੇ ਦੀ ਤਰ੍ਹਾਂ ਭਟਕਦਾ ਨਾ ਫਿਰ, ਇੱਕ ਮਾਲਕ ਦਾ ਹੋ ਜਾ, ਇੱਕ ਮਾਲਕ ਦਾ ਹੋ ਕੇ ਰਹਿ ਜਾ, ਜੇਕਰ ਜੀਵਨ ਦੇ ਵਿੱਚ ਕੁਝ ਪ੍ਰਾਪਤ ਕਰਨਾ। ਜੇ ਇਹਦਾ ਹੋ ਗਿਆ, ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਜਿਵੇਂ ਕਹਿੰਦੇ ਇੱਕ ਕੁੱਤਾ ਜਿਹੜਾ ਹੈ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਇੱਕ ਮਾਲਕ ਦਾ ਹੋ ਕੇ ਇੱਕ ਮਨ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦੇ, ਉਹਦੀ ਬੰਦਗੀ ਦੇ ਵਿੱਚ ਜੁੜ ਜਾ। ਤੇ ਜਦੋਂ ਬੰਦਗੀ 'ਚ ਜੁੜੇਗਾ ਨਾ, ਤੇ ਉਹ ਮਾਲਕ ਤੇਰੀ ਪੂਰੀ ਚਿੰਤਾ ਕਰੇਗਾ। ਕਹਿੰਦੇ ਨੇ ਇੱਕ ਫਕੀਰ ਗਲੀ ਦੇ ਵਿੱਚੋਂ ਲੰਘਦਾ ਪਿਆ ਸੀ, ਪਰਮਾਤਮਾ ਦੀ ਯਾਦ ਵਿੱਚ ਜੁੜਿਆ ਹੋਇਆ, ਉਹਦੇ ਗੁਣ ਗਾਉਂਦਾ ਹੋਇਆ ਮਸਤੀ ਦੇ ਵਿੱਚ ਗਲੀ ਦੇ ਵਿੱਚੋਂ ਲੰਘਦਾ ਜਾ ਰਿਹਾ ਹੈ। ਤੇ ਕਹਿੰਦੇ ਨੇ ਜਦੋਂ ਇੱਕ ਘਰ ਦੇ ਅੱਗੋਂ ਦੀ ਲੰਘਣ ਲੱਗਾ, ਤੇ ਉਸ ਘਰ ਦੇ ਚੁਬਾਰੇ ਦੇ ਵਿੱਚ, ਚੁਬਾਰਾ ਆਪਾਂ ਕਹਿ ਲਈਏ ਜੀ, ਸੈਕੰਡ ਫਲੋਰ ਕਹਿ ਲਈਏ, ਉੱਥੇ ਇੱਕ ਔਰਤ ਬੈਠੀ ਹੋਈ ਪਾਨ ਖਾ ਰਹੀ ਸੀ, ਪਾਨ ਖਾਂਦੀ ਪਈ ਸੀ। ਉਸ ਪਾਨ ਖਾਂਦੀ ਔਰਤ ਨੇ ਜਿਹੜਾ ਮੂੰਹ ਦੇ ਵਿੱਚ ਸਲਾਈਵਾ ਹੋ ਜਾਂਦਾ ਇਕੱਠਾ, ਥੁੱਕ ਇਕੱਠਾ ਹੋ ਜਾਂਦਾ ਨਾ ਜੀ, ਉਹਨੇ ਥੁੱਕਿਆ ਗਲੀ ਦੇ ਵਿੱਚ। ਕੁਦਰਤੀ ਉਸੇ ਸਮੇਂ ਤੇ ਉਹ ਜਿਹੜਾ ਫਕੀਰ ਹੈ ਲੰਘਦਾ ਪਿਆ ਸੀ, ਤੇ ਉਹ ਜਿਹੜਾ ਥੁੱਕ ਹੈ ਨਾ, ਉਹ ਫਕੀਰ ਦੇ ਉੱਤੇ ਆਣ ਕੇ ਡਿੱਗਾ। ਤੇ ਉਸ ਫਕੀਰ ਨੇ ਉੱਪਰ ਦੇਖਿਆ। ਹੁਣ ਜਦੋਂ ਉੱਪਰ ਦੇਖਿਆ ਨਾ, ਉਸ ਔਰਤ ਨੂੰ ਗੁੱਸਾ ਆ ਗਿਆ, ਉਹਨੂੰ ਇਹ ਬਰਦਾਸ਼ਤ ਨਾ ਹੋਇਆ ਕਿ ਇਸ ਫਕੀਰ ਨੇ ਮੇਰੇ ਵੱਲ ਵੇਖਿਆ ਕਿਉਂ। ਹਾਲਾਂਕਿ ਉਸ ਫਕੀਰ ਨੇ ਸੁਭਾਵਿਕ ਦੇਖਿਆ ਕਿ ਇਹ ਉੱਪਰੋਂ ਥੁੱਕ ਸੁੱਟਣ ਵਾਲਾ ਕੌਣ ਹੈ, ਸੁਭਾਵਿਕ ਦੇਖਿਆ ਹੈ। ਤੇ ਉਹ ਔਰਤ ਇਹ ਬਰਦਾਸ਼ਤ ਨਾ ਕਰ ਪਾਈ ਕਿ ਮੇਰੇ ਵੱਲ ਇਸ ਨੇ ਵੇਖਿਆ ਕਿਉਂ। ਉਹਨੇ ਆਪਣੇ ਪਤੀ ਨੂੰ ਦੱਸਿਆ, ਪਤੀ ਨੂੰ ਗੁੱਸਾ ਆਇਆ, ਉਹ ਬਾਹਰ ਨਿਕਲਿਆ, ਹੱਥ ਵਿੱਚ ਡੰਡਾ ਹੈ, ਹੱਥ ਵਿੱਚ ਸਟਿਕ ਹੈ, ਤੇ ਉਹ ਸਟਿਕ ਦੇ ਨਾਲ ਉਸਨੇ ਫਕੀਰ ਨੂੰ ਮਾਰਨਾ ਸ਼ੁਰੂ ਕੀਤਾ। 2-4 ਡੰਡੇ ਫਕੀਰ ਨੂੰ ਮਾਰੇ, ਗੁੱਸੇ ਦੇ ਵਿੱਚ ਗਾਲਾਂ ਕੱਢੀਆਂ ਤੇ ਜਾਣ ਲੱਗਾ। ਜਦੋਂ ਘਰ ਨੂੰ ਵਾਪਸ ਜਾਣ ਲੱਗਾ ਨਾ ਜੀ, ਸਟੇਅਰਸ ਦੇ ਰਾਹੀਂ ਪੌੜੀਆਂ ਚੜ੍ਹਨ ਲੱਗਾ, ਪੌੜੀ ਤੋਂ ਪੈਰ ਤਿਲਕਿਆ, ਡਿੱਗਾ। ਉਹਦਾ ਸਿਰ ਜਿਹੜਾ ਹੈ ਉਹ ਪੌੜੀ ਦੇ ਨਾਲ ਟਕਰਾਇਆ, ਇੰਨੀ ਜ਼ੋਰ ਦੇ ਨਾਲ ਉਹਦਾ ਸਿਰ ਵੱਜਾ, ਉਹਦੀ ਮੌਤ ਹੋ ਗਈ। ਉਹ ਔਰਤ ਉੱਤੋਂ ਦੇਖਦੀ ਹੈ, ਤੇ ਜਦੋਂ ਪਤੀ ਡਿੱਗ ਗਿਆ ਗਲੀ ਦੇ ਵਿੱਚ, ਉੱਤੋਂ ਦੌੜੀ ਦੌੜੀ ਆਈ, ਦੇਖਿਆ ਪਤੀ ਮਰ ਗਿਆ। ਉਹਨੇ ਫਕੀਰ ਦੇ ਪੈਰ ਪਕੜ ਲਏ, ਗਲਤੀ ਦਾ ਅਹਿਸਾਸ ਹੋਇਆ, ਫਕੀਰ ਦੇ ਪੈਰ ਪਕੜ ਲਏ ਤੇ ਫਕੀਰ ਨੂੰ ਕਹਿੰਦੀ ਤੂੰ ਕੀ ਕੀਤਾ ਹੈ, ਮੇਰੇ ਪਤੀ ਨੂੰ ਠੀਕ ਕਰ, ਜਿਉਂਦਾ ਕਰ। ਉਸ ਫਕੀਰ ਨੇ ਬੜੇ ਪਿਆਰੇ ਲਫ਼ਜ਼ ਕਹੇ ਸਾਧ ਸੰਗਤ ਉਸ ਔਰਤ ਨੂੰ। ਉਹ ਕਹਿੰਦਾ ਤੇਰੀ ਤੇ ਮੇਰੀ ਗੱਲ ਹੀ ਕੋਈ ਨਹੀਂ, ਤੇਰੀ ਤੇ ਮੇਰੀ ਗੱਲ ਹੀ ਕੋਈ ਨਹੀਂ, ਝਗੜਾ ਹੀ ਕੋਈ ਨਹੀਂ ਮੇਰਾ ਤੇਰੇ ਨਾਲ। ਅਸਲ ਦੇ ਵਿੱਚ ਗੱਲ ਹੀ ਦੋ ਮਾਲਕਾਂ ਦੀ ਹੋ ਗਈ। ਤੈਨੂੰ ਆਪਣੇ ਮਾਲਕ ਦੇ ਉੱਤੇ ਮਾਣ ਸੀ, ਤੇ ਮੇਰੇ ਮਾਲਕ ਨੇ ਮੇਰੀ ਪੈਜ ਰੱਖ ਲਈ। ਬੜਾ ਪਿਆਰਾ ਕਿਸੇ ਕਵੀ ਨੇ ਲਿਖਿਆ
कहता तेरे मालिक को तेरी रियायत जरूर थी, मेरे मालिक को मेरी हमायत जरूर थी। तेरा मालिक आया वो सट पिटा गया, फिर मेरे मालिक को भी ख्याल आ गया। तेरा मालिक आया वो डंडा लगा गया, मेरा मालिक आया वो लेखा चुका गया। ਕਹਿੰਦੀ ਫਕੀਰ ਕਹਿੰਦਾ ਤੈਨੂੰ ਤੇਰੇ ਮਾਲਕ ਤੇਰੇ ਪਤੀ ਦੇ ਉੱਤੇ ਮਾਣ ਸੀ, ਤੂੰ ਉਹਨੂੰ ਦੱਸਿਆ, ਉਹ ਡੰਡਾ ਲੈ ਕੇ ਆਇਆ ਮੈਨੂੰ ਮਾਰਿਆ। ਤੇ ਕਹਿੰਦਾ ਮੈਂ ਬੋਲਿਆ ਕੁਝ ਨਹੀਂ, ਕਿਹਾ ਕੁਝ ਨਹੀਂ, ਮੈਂ ਤਾਂ ਸਿਰਫ ਕਹਿੰਦਾ ਉੱਪਰ ਹੀ ਦੇਖਿਆ ਆਪਣੇ ਮਾਲਕ ਵੱਲ। ਤੇ ਜਦੋਂ ਮੈਂ ਆਪਣੇ ਮਾਲਕ ਵੱਲ ਦੇਖਿਆ ਤੇ ਉਸ ਮੇਰੇ ਮਾਲਕ ਨੇ ਫਿਰ ਮੇਰੀ ਪੈਜ਼ ਰੱਖੀ, ਮੇਰਾ ਮਾਲਕ ਆਇਆ ਉਹ ਲੇਖਾ ਚੁਕਾ ਗਿਆ। ਕਹਿੰਦਾ ਤੇਰੀ ਮੇਰੀ ਲੜਾਈ ਥੋੜੀ ਨਾ ਕੋਈ, ਤੇਰੀ ਤੇ ਮੇਰੀ ਗੱਲ ਥੋੜੀ ਹੈ, ਇਹ ਤੇ ਮਾਲਕਾਂ ਦੀ ਗੱਲ ਸੀ। ਤੇਰੇ ਮਾਲਕ ਨੇ ਤੇਰੇ ਲਈ ਕੰਮ ਕੀਤਾ, ਮੇਰੇ ਮਾਲਕ ਨੇ ਮੇਰੀ ਪੈਜ਼ ਰੱਖ ਲਈ, ਗੱਲ ਤਾਂ ਮਾਲਕਾਂ ਦੀ ਸੀ। ਸਾਧ ਸੰਗਤ ਵਾਕਿਆ ਹੈ, ਜਿਹੜਾ ਇੱਕ ਦਾ ਹੋ ਜਾਂਦਾ ਹੈ ਨਾ, ਇੱਕ ਮਾਲਕ ਦਾ ਹੋ ਜਾਂਦਾ ਹੈ, ਤੇ ਉਹ ਮਾਲਕ ਆਪਣੇ ਸੇਵਕ ਦੀ ਕਹਿ ਲਈਏ, ਆਪਣੇ ਚਾਕਰ ਦੀ ਕਹਿ ਲਈਏ, ਆਪਣੇ ਨੌਕਰ ਦੀ ਕਹਿ ਲਈਏ, ਆਪਣੇ ਕੁੱਤੇ ਦੀ ਕਹਿ ਲਈਏ, ਪੈਜ ਜ਼ਰੂਰ ਰੱਖਦਾ ਜੀ। ਸੋ ਜਿਹੜੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸਮਝਾਈ ਹੈ ਨਾ, ਇਹ ਸੋਚਣਾ ਅਸੀਂ ਹੈ। ਇਹ ਡਿਪੈਂਡ ਸਾਡੇ ਤੇ ਕਰਦਾ ਕਿ ਅਸੀਂ ਕੀ ਬਣਨਾ ਚਾਹੁੰਦੇ ਹਾਂ। ਕੀ ਅਸੀਂ ਅਵਾਰਾ ਬਣ ਕੇ ਥਾਂ ਥਾਂ ਤੇ ਭਟਕਣਾ ਚਾਹੁੰਦੇ ਹਾਂ ਸਾਰੀ ਜ਼ਿੰਦਗੀ, ਕਿ ਜਾਂ ਇੱਕ ਮਾਲਕ ਦੇ ਹੋ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੁੰਦੇ ਹਾਂ। ਤੇ ਜੇਕਰ ਇੱਕ ਮਾਲਕ ਦੇ ਹੋ ਗਏ ਸਾਧ ਸੰਗਤ, ਫਿਰ ਤਾਂ ਜੀਵਨ ਸਫਲ ਹੈ। ਤੇ ਜਿਹੜਾ ਇੱਕ ਮਾਲਕ ਦਾ ਹੋ ਜਾਂਦਾ ਨਾ ਸਾਧ ਸੰਗਤ ਜੀ, ਖਿਆਲ ਕਰਿਓ, ਜਿਹੜਾ ਇੱਕ ਮਾਲਕ ਦਾ ਹੋ ਜਾਂਦਾ ਹੈ ਉਹ ਫਿਰ ਸਾਰੇ ਸੰਸਾਰ ਦੀ ਕੇਅਰ ਕਰਦਾ ਜੀ। ਮੈਂ ਥੋੜਾ ਜਿਹਾ ਟਾਈਮ ਵੈਸੇ ਹੋ ਗਿਆ, ਥੋੜਾ ਜਿਹਾ ਧਿਆਨ ਇੰਡੀਆ ਦੀ ਧਰਤੀ ਤੇ ਆਪਾਂ ਲੈ ਕੇ ਚੱਲੀਏ। ਜਿਹੜੇ ਅੱਜ ਹਾਲਾਤ ਉੱਥੇ ਬਣੇ ਪਏ ਨੇ, ਜਿਹੜੇ ਹਾਲਾਤ ਬਣੇ ਪਏ ਨੇ ਨਾ ਉੱਥੇ, ਬੜੇ ਲੋਕ ਡੇਲੀ ਡੈਥ ਹੋ ਰਹੀ ਹੈ, ਮੌਤਾਂ ਹੋ ਰਹੀਆਂ ਨੇ, ਬਿਮਾਰ ਨੇ, ਹਸਪੀਟਲਸ ਦੇ ਵਿੱਚ ਬੈੱਡ ਨਹੀਂ ਮਿਲ ਰਹੇ, ਆਕਸੀਜਨ ਨਹੀਂ ਮਿਲ ਰਹੀ। ਤੇ ਜਿਨ੍ਹਾਂ ਦੇ ਕੋਲ ਆਕਸੀਜਨ ਹੈ ਉਹ ਬਲੈਕ ਪੇ ਕਰਦੇ ਨੇ। ਖਿਆਲ ਕਰਿਓ, ਜਿਹੜਾ ਇੱਕ ਮਾਲਕ ਦਾ ਹੈ ਨਾ, ਉਹ ਇਸ ਤਰ੍ਹਾਂ ਦੇ ਕਰਮ ਨਹੀਂ ਜੇ ਕਰਦਾ। ਉਹ ਤਾਂ ਹਰ ਇੱਕ ਨੂੰ ਉਸ ਰੱਬ ਦੀ ਕ੍ਰੀਏਸ਼ਨ ਸਮਝ ਕੇ, ਪੈਦਾਇਸ਼ ਸਮਝ ਕੇ ਉਹਦੀ ਹੈਲਪ ਜ਼ਰੂਰ ਕਰਦਾ ਹੈ। ਉਹੀ ਅਵਾਰਾ ਹੀ ਹੁੰਦੇ ਨੇ ਜਿਨ੍ਹਾਂ ਦਾ ਮਾਲਕ ਕੋਈ ਨਹੀਂ। ਉਹੀ ਇਹ ਸਮਝਦੇ ਨੇ ਕਿ ਸ਼ਾਇਦ ਇਹ ਸਾਰਾ ਇਕੱਠਾ ਕੀਤਾ ਹੋਇਆ ਪੈਸਾ ਸਾਡੇ ਨਾਲ ਜਾਏਗਾ। ਉਹ ਮਾਲਕ ਪੈਸੇ ਨੂੰ ਸਮਝ ਕੇ ਬੈਠੇ ਨੇ ਨਾ। ਪਰ ਖਿਆਲ ਕਰਿਓ, ਜਿਹੜਾ ਇੱਕ ਮਾਲਕ ਦਾ ਹੋ ਗਿਆ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਦਾ ਜੀ। ਤੇ ਜਦੋਂ ਸਾਰੇ ਸੰਸਾਰ ਨੂੰ ਸਮਝਣਾ ਸ਼ੁਰੂ ਕਰਦਾ ਹੈ ਨਾ, ਤੇ ਫਿਰ ਹਰ ਇੱਕ ਦੀ ਉਹ ਮਦਦ ਜ਼ਰੂਰ ਕਰਦਾ ਜੀ, ਹੈਲਪ ਜ਼ਰੂਰ ਕਰਦਾ ਹੈ ਮੁਸ਼ਕਲ ਦੇ ਵਿੱਚ। ਆਪਣੇ ਤਨ ਦੇ ਉੱਤੇ ਮੁਸੀਬਤ ਝੱਲ ਕੇ ਵੀ ਕਿਸੇ ਦੀ ਮਦਦ ਜ਼ਰੂਰ ਕਰਦਾ ਜੀ। ਪਰ ਕੁਝ ਐਸੇ ਵੀ ਅਵਾਰਾ ਕਿਸਮ ਦੇ ਲੋਕ ਜਿਹੜੇ ਕਿਸੇ ਦੀ ਮਜਬੂਰੀ ਦਾ ਵੀ ਫਾਇਦਾ ਉਠਾਉਂਦੇ ਨੇ। ਜੇਕਰ ਕਰਨ ਜੋਗੇ ਨਹੀਂ ਤੇ ਘੱਟੋ ਘੱਟ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਈਏ। ਜੇ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਕੋਈ ਗੱਲ ਨਹੀਂ, ਪਰ ਇੰਨਾ ਕੁ ਜ਼ਰੂਰ ਹੋਵੇ ਕਿ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੁੱਕਿਆ ਜਾਵੇ। ਜੇਕਰ ਅੱਜ ਉੱਥੇ ਲੋਕ ਮਰਦੇ ਪਏ ਨੇ ਤੇ ਮੈਂ ਤਾਂ ਹੈਰਾਨ ਹੁੰਦਾ ਜੀ ਖਬਰਾਂ ਸੁਣ ਕੇ, ਜਦੋਂ ਪਤਾ ਲੱਗਦਾ ਹੈ ਕਿ ਫਲਾਣੇ ਥਾਂ ਤੋਂ ਜਿਹੜੀ ਆਕਸੀਜਨ ਹੈ ਉਹ ਥਾਊਜ਼ੈਂਡਸ ਆਫ ਰੁਪੀਜ਼ ਦੇ ਵਿੱਚ ਵੇਚੀ ਜਾ ਰਹੀ ਹੈ, ਬਲੈਕ ਕੀਤੀ ਜਾ ਰਹੀ ਹੈ। ਸੋ ਇਹ ਉਹਨਾਂ ਲੋਕਾਂ ਦੀ ਹਾਲਤ ਹੈ ਜਿਹੜੇ ਅਵਾਰਾ ਨੇ, ਜਿਹੜੇ ਕਿਸੇ ਮਾਲਕ ਦੇ ਨਹੀਂ, ਉਹਨਾਂ ਦੀ ਹਾਲਤ ਹੈ। ਸ਼ਾਇਦ ਉਹ ਸੋਚਦੇ ਨੇ ਕਿ ਇਹ ਇਕੱਠਾ ਕੀਤਾ ਹੋਇਆ ਪੈਸਾ ਜਿਹੜਾ ਹੈ ਉਹ ਨਾਲ ਲੈ ਕੇ ਚਲੇ ਜਾਣਗੇ, ਪਰ ਖਿਆਲ ਰਹੇ ਇਸ ਦੁਨੀਆ ਤੋਂ ਇੱਕ ਕਿਣਕਾ ਵੀ ਨਾਲ ਜਾਣ ਵਾਲਾ ਨਹੀਂ, ਸਭ ਕੁਝ ਇੱਥੇ ਰਹਿ ਜਾਣਾ। ਤੇ ਐਸਾ ਪੈਸਾ ਪਚਿਆ ਨਹੀਂ ਜੀ ਕਰਦਾ। ਗੁਰੂ ਕਿਰਪਾ ਕਰੇ, ਜਿਹੜੇ ਹਾਲਾਤ ਉੱਥੇ ਉਹ ਬਣੇ ਪਏ ਨੇ, ਪੂਰੇ ਸੰਸਾਰ ਦੇ ਵਿੱਚ ਵੈਸੇ ਮਾੜਾ ਹਾਲ ਹੈ, ਗੁਰੂ ਹੀ ਰਹਿਮਤ ਕਰੇ, ਮਾਲਕ ਕਿਰਪਾ ਕਰੇ, ਆਪਣਾ ਹੱਥ ਦੇ ਕੇ ਸਾਰੇ ਸੰਸਾਰ ਨੂੰ ਉਬਾਰੇ ਜੀ। ਇਹ ਸਾਰੇ ਹੀ ਆਪਾਂ ਅਰਦਾਸ ਕਰਿਆ ਕਰੀਏ ਰੋਜ਼ਾਨਾ ਹੀ। ਜਿੱਥੇ ਆਪਣੇ ਵਾਸਤੇ ਮੰਗਦੇ ਹਾਂ ਉੱਥੇ ਸਾਰੇ ਸੰਸਾਰ ਵਾਸਤੇ ਇਹ ਜ਼ਰੂਰ ਮੰਗਿਆ ਕਰੀਏ ਕਿ ਮੇਰੇ ਮਾਲਕ ਕਿਰਪਾ ਕਰ, ਤਰਸ ਕਰ, ਆਪਣੇ ਇਹ ਪੈਦਾ ਕੀਤੇ ਹੋਏ ਜੀਵਾਂ ਦੇ ਉੱਤੇ ਰਹਿਮਤ ਕਰਦਿਆਂ ਹੋਇਆਂ ਸਾਰਿਆਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰ। ਸਤਿਗੁਰੂ ਜੀ ਰਹਿਮਤ ਕਰਨ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਲੋਕ ਇਹ ਸਾਡੇ ਕਿਤੇ ਹਿਰਦੇ 'ਚ ਵਸ ਜਾਏ, ਅਸੀਂ ਵੀ ਕਿਤੇ ਇੱਕ ਮਾਲਕ ਦੇ ਹੋ ਜਾਈਏ, ਭਟਕਣਾ ਛੱਡ ਦਈਏ, ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।